ਹੋਇਆ ਜੇ ਜੋ ਗੁਰੂ ਘਰ ਦਾ ਆਸ਼ਾ ਹੈ ਬੇਬਾਕੀ ਦੇ ਨਾਲ ਔਰੰਗਜ਼ੇਬ ਦੇ ਨਾਲ ਤੁਸੀਂ ਸਾਂਝਾ ਕਰਨਾ ਹੈ। ਕਿਸੇ ਪ੍ਰਕਾਰ ਦਾ ਮਨ ਵਿੱਚ ਡਰ ਨਹੀਂ ਰੱਖਣਾ। ਪੂਰਨ ਤੌਰ ਤੇ ਤਿਆਰ ਕਰਕੇ ਬਾਬਾ ਰਾਮ ਰਾਏ ਜੀ ਨੂੰ ਘੱਲਿਆ ਗਿਆ। ਬਾਬਾ ਰਾਮ ਰਾਏ ਜੀ ਜਿਸ ਵਕਤ ਦਿੱਲੀ ਪਹੁੰਚਦੇ ਹਨ ਤੇ ਮਾਣ ਸਤਿਕਾਰ ਹੋਇਆ ਔਰੰਗਜ਼ੇਬ ਦੇ ਵੱਲੋਂ, ਤੇ ਔਰੰਗਜ਼ੇਬ ਜਿਹੜਾ ਹੈ ਉਹਨੇ ਕਈ ਸਵਾਲ ਕੀਤੇ ਜਿਨ੍ਹਾਂ ਦੇ ਬੜੇ ਸੋਹਣੇ ਤਰੀਕੇ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਗੁਰੂ ਆਸ਼ੇ ਮੁਤਾਬਕ ਜਵਾਬ ਦਿੱਤੇ। ਫਿਰ ਇੱਕ ਅਜਿਹਾ ਸਮਾਂ ਆਇਆ ਜਦੋਂ ਅਹਿਲਕਾਰਾਂ ਦੇ ਵਿੱਚੋਂ ਇਹ ਪੁੱਛ ਹੋ ਗਈ, ਔਰੰਗਜ਼ੇਬ ਦੇ ਵੱਲੋਂ ਇਹ ਸਵਾਲ ਹੋ ਗਿਆ ਕਿ ਤੁਹਾਡੀ ਰਚੀ ਹੋਈ ਗੁਰਬਾਣੀ ਦੇ ਅੰਦਰ, ਜੋ ਕਿ ਗੁਰੂ ਸਾਹਿਬਾਨਾਂ ਦੀ ਇਹ ਦੇਣ ਹੈ ਸਿੱਖ ਕੌਮ ਨੂੰ, ਪਵਿੱਤਰ ਗ੍ਰੰਥ ਦੇ ਅੰਦਰ ਇੱਕ ਵਿਚਾਰ ਅਸੀਂ ਪੜ੍ਹਦੇ ਹਾਂ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਾਈ ਘੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਇਹਦੇ ਕੀ ਅਰਥ ਨੇ? ਬਾਬਾ ਰਾਮ ਰਾਏ ਜੀ ਹੁਣ ਤੱਕ ਤਾਂ ਬੜੀ ਬੇਬਾਕੀ ਦੇ ਨਾਲ ਇਹ ਹਰ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ, ਪਰ ਇਸ ਪ੍ਰਸ਼ਨ ਦੇ ਪੁੱਛਣ ਤੇ ਬਾਬਾ ਰਾਮ ਰਾਏ ਜੀ ਸੋਚਣ ਤੇ ਗੰਭੀਰ ਹੋ ਗਏ ਕਿ ਜੇ ਮੈਂ ਇਹਦੇ ਅਸਲ ਅਰਥ ਦੱਸ ਦਿੰਦਾ ਹਾਂ ਤੇ ਔਰੰਗਜ਼ੇਬ ਨੂੰ ਬੁਰੇ ਲੱਗ ਜਾਣਗੇ, ਕਿਉਂਕਿ ਇਹਦੇ ਅਰਥ ਜਿਹੜੇ ਹਨ ਉਹ ਆਸਾ ਜੀ ਕੀ ਵਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੇ ਹਨ। ਕਾਰਨ ਕਿ ਮੁਸਲਮਾਨ ਕੌਮ ਜਿਹੜੀ ਹੈ ਉਹ ਇਸ ਗੱਲ ਨੂੰ ਆਪਣੇ ਧਰਮ ਦੇ ਅਨੁਸਾਰ, ਮਜ਼ਹਬ ਦੇ ਅਨੁਸਾਰ ਜਾਇਜ਼ ਸਮਝਦੀ ਹੈ ਕਿ ਜਿਸ ਵਕਤ ਕੋਈ ਸੰਸਾਰ ਤੋਂ ਚਲਾਣਾ ਕਰ ਜਾਂਦਾ ਹੈ ਤੇ ਉਸ ਨੂੰ ਦਫਨਾ ਦਿੱਤਾ ਜਾਂਦਾ ਹੈ, ਔਰ ਸਰੀਰ ਦੇ ਨਾਲ ਨਾਲ ਉਹ ਸੋਚਦੇ ਹਨ ਕਿ ਆਤਮਾ ਮੁਕਤ ਨਹੀਂ ਹੁੰਦੀ, ਉਹ ਵੀ ਸਰੀਰ ਦੇ ਨਾਲ ਹੀ ਦਫਨ ਹੋ ਜਾਂਦੀ ਹੈ। ਜਦੋਂ ਹਸ਼ਰ ਦਾ ਦਿਨ ਆਏਗਾ, ਕਿਆਮਤ ਵਾਲਾ ਦਿਨ ਆਏਗਾ, ਤੇ ਹਜ਼ਰਤ ਮੁਹੰਮਦ ਸਾਹਿਬ ਆਵਾਜ਼ ਮਾਰ ਕੇ ਉੱਠਣਗੇ ਤੇ ਸਾਰੇ ਹੀ ਉਥੋਂ ਹਜ਼ਰਤ ਮੁਹੰਮਦ ਸਾਹਿਬ ਦੀ ਆਵਾਜ਼ ਸੁਣ ਕੇ ਰੂਹਾਂ ਜਿਹੜੀਆਂ ਹਨ ਉਦੋਂ ਮੁਕਤ ਹੋਣਗੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਆਸ਼ਾ, ਜੋ ਉਹਨਾਂ ਦੇ ਇੱਕ ਵਿਚਾਰ ਹਨ, ਸਤਿਗੁਰੂ ਜੀ ਨੇ ਉਹਦੇ 'ਤੇ ਤਰਕ ਕਰਦਿਆਂ ਇਹ ਗੱਲ ਆਖੀ ਹੈ ਕਿ ਸਰੀਰ ਤੋਂ ਆਤਮਾ ਜਦੋਂ ਜੁਦਾ ਹੋ ਜਾਂਦੀ ਹੈ ਤੇ ਫਿਰ ਆਤਮਾ ਦਾ ਕਿਸੇ ਮਿੱਟੀ ਦੇ ਥੱਲੇ ਦੱਬੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਜੇਕਰ ਤੁਸੀਂ ਇਹ ਗੱਲ ਮੰਨਦੇ ਹੋ ਤਾਂ ਫਿਰ ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਜੇ ਮਨੁੱਖ ਦਫਨ ਹੋ ਕੇ ਸੰਸਾਰ ਤੋਂ ਰੁਖਸਤ ਹੋਵੇ ਤੇ ਜੰਨਤ ਵਿੱਚ, ਤੇ ਜੇ ਸੜ ਕੇ ਮਰਦਾ ਹੈ ਤਾਂ ਉਹਨੂੰ ਜਹੰਨਮ ਮਿਲਦਾ ਹੈ, ਭਾਵ ਨਰਕ ਮਿਲਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਦੇ ਵਿੱਚ ਆਖਿਆ, ਕਹਿੰਦੇ ਕਿ ਵੀ ਧਿਆਨ ਦੇ ਨਾਲ ਐ ਮੇਰੇ ਵੀਰੋ ਤੁਸੀਂ ਸੋਚੋ ਵਿਚਾਰੋ, ਕਿਤੇ ਦਫਨ ਹੋਇਆ ਸਰੀਰ ਕਿਤੇ ਸੜ ਤੇ ਨਹੀਂ ਰਿਹਾ, ਕਿਉਂਕਿ ਤੁਸੀਂ ਕਹਦੇ ਹੋ ਜਿਹੜਾ ਸਰੀਰ ਸੜੇਗਾ ਜਹੰਨਮ ਨੂੰ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ, ਮਿੱਟੀ ਮੁਸਲਮਾਨ ਕੀ ਪੇੜਾ ਪਾਈ ਘੁਮਿਆਰ, ਕਿ ਜਿਸ ਥਾਂ ਤੇ ਕਿਸੇ ਸਰੀਰ ਨੂੰ ਦੱਬਿਆ ਜਾਂਦਾ ਹੈ, ਕੁਝ ਸਮੇਂ ਬਾਅਦ ਉਸੇ ਹੀ ਥਾਂ ਤੋਂ ਘੁਮਿਆਰ ਨੇ ਆ ਕੇ ਮਿੱਟੀ ਪੁੱਟੀ, ਜੋ ਕਿ ਬਹੁਤ ਚੀਕਣੀ ਤੇ ਭਾਂਡੇ ਬਣਾਉਣ ਦੇ ਸੋਹਣੇ ਕੰਮ ਆਉਣ ਵਾਲੀ ਹੈ। ਉਸ ਮਿੱਟੀ ਨੂੰ ਜਿਸ ਵਕਤ ਉਹਨੇ ਗੁੰਨਿਆ, ਪਾਣੀ ਦੇ ਵਿੱਚ ਤਰ ਕੀਤਾ ਤੇ ਮੁੜ ਕੇ ਉਹਦੇ ਭਾਂਡੇ ਬਣਾਏ, ਕੁਝ ਇੱਟਾਂ ਬਣਾਈਆਂ, ਉਹਨਾਂ ਨੂੰ ਲਾਲ ਕਰਨ ਵਾਸਤੇ, ਉਹਨਾਂ ਨੂੰ ਪਕਿਆਈ ਦੇਣ ਵਾਸਤੇ ਭੱਠੇ ਦੀ ਅੱਗ ਦੇ ਵਿੱਚ ਸੇਕੇ ਦੇ ਲਈ ਉਹਦੇ ਵਿੱਚ ਰੱਖਿਆ। ਤੇ ਜਿਸ ਵਕਤ ਉਹ ਸੇਕਾ, ਉਹ ਅੱਗ ਉਸ ਮਿੱਟੀ ਨੂੰ ਪੈ ਰਹੀ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ ਵੀ ਉਸੇ ਮਿੱਟੀ ਦੇ ਵਿੱਚ ਦਫਨ ਹੋਇਆ ਉਹ ਸਰੀਰ, ਉਹਦਾ ਅੰਸ਼ ਵੀ ਉਸੇ ਮਿੱਟੀ ਵਿੱਚ ਮਿਲਿਆ ਹੋਇਆ ਹੈ। ਜੇ ਸਰੀਰ ਦੇ ਅੰਸ਼ ਉਹਦੇ ਵਿੱਚ ਮਿਲੇ ਹੋਏ ਨੇ, ਤੁਹਾਡੇ ਕਹਿਣ ਮੁਤਾਬਕ ਜੇ ਆਤਮਾ ਦਾ ਅੰਸ਼ ਵੀ ਉਹਦੇ ਵਿੱਚ ਹੈ, ਫਿਰ ਤਾਂ ਆਤਮਾ ਤੇ ਸਰੀਰ ਕੇਵਲ ਦੱਬੇ ਨਹੀਂ ਰਹੇ, ਉਹਨਾਂ ਦੋਵਾਂ ਦੇ ਅੰਸ਼ ਨਿਕਲ ਕੇ ਅੱਗ ਦੇ ਰੂਪ ਦੇ ਅੰਦਰ ਹੁਣ ਸੜ ਵੀ ਰਹੇ ਨੇ, ਕਿਉਂਕਿ ਭੱਠੇ ਦੀ ਅੱਗ ਜਿਹੜੀ ਹੈ ਉਹਨਾਂ ਨੂੰ ਤਪਾ ਰਹੀ ਹੈ। ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਮੁਸਲਮਾਨ ਦੇ ਸਰੀਰ ਦੀ ਮਿੱਟੀ ਘੁਮਿਆਰ ਦੇ ਵਸ ਪੈ ਗਈ। ਘੜ ਭਾਂਡੇ ਇੱਟਾਂ ਕੀਆ, ਆਪਣੀ ਕਲਾ ਉਹਨੇ ਕੀਤੀ ਤੇ ਉਹਦੇ ਭਾਂਡੇ ਘੜੇ, ਉਹਦੀਆਂ ਇੱਟਾਂ ਬਣਾਈਆਂ। ਘੜ ਭਾਂਡੇ ਇੱਟਾਂ ਕੀਆ,
जल्दी करे पुकार। तो सतगुरु जी ने ये गल आखी है कि जिस वक्त वो पुकारां करदी है, जिस वक्त वो इट्टां तपदियां हन, वो भांडे तपदे हन, लाल सुरख हो रहे होंदे हन, तो पातशाह जी ने आखिया है, कहंदे कि भी है मेरे वीरो तुसी ध्यान ला के वेखो किते किते वो आत्मा जिहड़ी है वो चीक पुकार तो नहीं कर रही, उन्हां दीयां चीकां पुकारां तो नहीं निकल रहीआं। तुसी कहंदे हो बई साड़ना जिहड़ा है वो जहन्नम दा केंद्र है, दफनाना जिहड़ा है जन्नत लैके जांदा है, ते तुहाडे नाल तां दोवें काम हो रहे ने। हुण तुसी जन्नत विच हो कि जहन्नम दे विच हो। मेरे कहण तो भाव कि गुरु नानक साहिब महाराज दा आशा सी शरीर दी संभाल किसी भी तरीके दे नाल हो जाए वो जायज़ है, भावें वो पानी दे विच तैर के तर के हो जाए, भावें उहदा संस्कार हो जाए, भावें वो दफना के हो जाए। गल है कि किते शरीर दी संभाल हो जाए। पर जे ये आशा लिया जाता है भी ਜਿਹੜੇ सड़ते हैं वो जहन्नम दे विच जांदे हन, ते सीधा तर्क है, क्योंकि हिंदू धर्म की रीति ये जिहड़ी है ये संस्कार करन वाली है। तो उस वक्त ये हिंदू सभ्यता नूं, हिंदू कौम नूं काफरां दी कौम कहंदे सन, ते वो कहंदे सन जिहड़े काफर ने सड़दे ने जहन्नम दे विच जाणगे, असी दफनाए जाने हाँ, असी जन्नत नूं जावांगे। ते सतगुरु कहंदे सन भी तुहाडी मिट्टी भी बदो बदी किसी न किसी कारण आने बहाने घुमियार दे वश पै के वो भी तां हुण इट्टां दे रूप विच साड़ी रही है। चीक पुकारां कि उत्थे तुहाडीआं शरीर ते शरीर दी आत्मा जिहड़ी उत्थे चीक पुकार नहीं करदी होएगी, तुहाडे नाल ते दोवें काम हो गए। सो ये आशा बाबा राम राय जी बेबाकी दे नाल गुरु सतगुरु जी नूं दस्सण तों, जो कि गुरु सतगुरु जी का आशा है, वो आशा वो अर्थ गुरबाणी दे औरंगजेब दे वल्लों पुछण ते पूर्ण तौर ते उहदे अर्थ सही तरीके दे नाल दसने जायज़ ना समझे, क्योंकि मन च डर है कि इस औरंगजेब ने अपने भी नहीं बख्शे, गद्दी ते बहण तो पहला अपने बाप नूं कारागृह विच पाउंदा है, अपने भरावां दा कतल करदा है, अपनी भैन नूं खत्म करता है, इतों तक कि अपनी बच्ची तक नूं भी जहर देण दे जिहड़ा बिल्कुल शंका नहीं करता। इहो जिहा पापी बंदा मेरे वालों ये अर्थ सुन के बेबाकी वाले जे उन्होंने किते गुस्सा चढ़ गया तो फिर मेरे नाल की करेगा। भाव बाबा राम राय जी डर दे थले आ गए। गुरु आशा जिहड़ा सतगुरु जी ने आखिया सी बेबाकी दे नाल डरना नहीं, सतगुरु की मर्यादा जो गुरु घर की मर्यादा है, उस मर्यादा नूं पूर्ण तौर पर समाज के सामने रखना, डरना नहीं। पर बाबा राम राय जी डर थले आ गए। तो दूसरे पासे जिहड़े हुण तक उन्होंने सवालों के जवाब दिते सन, तो राजा खुश नज़र आ रहा सी औरंगजेब, राजे दा बाबा राम राय जी वाल प्रभाव वध रहा सी, ते इस रसूख नूं खत्म नहीं सी होण देना चाहुंदे बाबा राम राय जी, जिस करके उन्होंने कुछ इस तरीके दे नाल अपने विचार औरंगजेब के सामने आखे कि गुरु आशो तो जो बिल्कुल ही उल्ट हो गए। तो जिस कारण करके औरंगजेब नूं गल आखी, कहंदे कि औरंगजेब बई तुहानूं समझण दे विच जां पढ़न दे विच भुलेखा लग्या, मिट्टी मुसलमान की नहीं, मिट्टी बेईमान की है। गुरु सतगुरु जी के आशे तो बिल्कुल उल्ट हो गए, गुरबाणी की पंक्ति तक पलट दी। जिन भै बाणी अदब न तारा, जानो सो सिख नहीं हमारा। गुरु हर राय साहब महाराज सच्चे पातशाही दे आपां रहतनामे पढ़ते हाँ, हालांकि सतगुरु जी ने बाणी नहीं उच्चारण की गुरु हर राय पातशाह जी ने, लेकिन रहतनामिਆਂ ਦੇ अंदर अक्सर ਜਦੋਂ सतगुरु जी संगत 'ਚ ਬਹਿ के कथा करदे विचार करदे जो रहतनामे सिखां वास्ते दसदे सन, ते सिख ਜਿਹੜੇ ਹਨ ਉਸੇ वक्त उस सतगुरु ਦੇ विचार ਨੂੰ रहतनामे का नाम दे के नोट कर लिया करते सन। जिन भै बाणी अदब न तारा, जानो सिख जो जानो सो सिख नहीं हमारा। वो साडा सिख ही नहीं है जिहड़ा बाणी का भै नहीं करता, जिहड़ा बाणी दे नाल प्यार नहीं करता, जिहड़ा बाणी के आशे तो उल्ट जाता है। ये खबर जिहड़ी है बाबा राम राय जी दी सारी गुरु हर राय साहब महाराज तक पहुँची।
ਇੱਥੋਂ ਤੱਕ ਕਿ ਬਾਬਾ ਰਾਮ ਰਾਏ ਨੇ ਆਪਣਾ ਰਸੂਖ ਕਾਇਮ ਰੱਖਣ ਵਾਸਤੇ ਕਿ ਔਰੰਗਜ਼ੇਬ ਦੇ ਨਾਲ ਕਿਸੇ ਤਰੀਕੇ ਵਿਗੜੇ ਨਾ 72 ਕਰਾਮਾਤਾਂ ਵੀ ਵਿਖਾ ਦਿੱਤੀਆਂ, ਜਿਹੜੀਆਂ ਸਤਿਗੁਰੂ ਦੇ ਘਰ ਦੇ ਵਿੱਚ ਕਹਿਰ ਦਾ ਨਾਮ ਹੈ। ਕਰਾਮਾਤਾਂ ਵਿਖਾਣੀਆਂ ਇਹ ਤੇ ਇਸ ਤਰੀਕੇ ਨਾਲ ਹੋ ਗਿਆ ਜਿਵੇਂ ਕੋਈ ਸੱਚ ਦੀ ਵਿਚਾਰ ਚੱਲ ਰਹੀ ਹੋਵੇ ਤੇ ਵਿਚਾਰ ਕਰਦਿਆਂ ਕਰਦਿਆਂ ਬੰਦਾ ਇੱਕੋ ਦਮ ਕਸੁੰਨਮੁਖੀ ਤੇ ਆ ਜਾਏ, ਕਸੁੰਨਮੁਖੀ ਤੇ ਆ ਜਾਏ। ਇਹ ਤੇ ਇਸ ਤਰੀਕੇ ਦੀ ਗੱਲ ਹੈ। ਸੱਚ ਦੀ ਵਿਚਾਰ ਦੱਸਦਿਆਂ ਕਰਾਮਾਤਾਂ ਤੇ ਆ ਜਾਣਾ ਇਹ ਤੇ ਬਿਲਕੁਲ ਉਲਟਾ ਆਸ਼ਾ ਹੈ। 72 ਕਰਾਮਾਤਾਂ ਵਿਖਾ ਦਿੱਤੀਆਂ, ਇੱਕ ਨਹੀਂ 72, ਤਾਂ ਕਿ ਔਰੰਗਜ਼ੇਬ ਖੁਸ਼ ਹੋ ਜਾਏ, ਇੰਨਾ ਖੁਸ਼ ਕਿ ਮੇਰਾ ਅਸਰ ਰੂਖ ਜਿਹੜਾ ਹੈ ਕਾਇਮ ਰਹੇ। ਇੱਥੋਂ ਤੱਕ ਕਿ ਉਹਨਾਂ 72 ਕਰਾਮਾਤਾਂ ਵਿੱਚੋਂ ਕਿ ਖੂਹ ਦੇ ਉੱਤੇ ਚਾਦਰ ਵਿਛਾ ਕੇ ਉਹਦੇ ਉੱਤੇ ਬਾਬਾ ਰਾਮ ਰਾਏ ਜੀ ਬੈਠੇ ਤੇ ਚਾਦਰ ਜਿਹੜੀ ਹੈ ਬਿਲਕੁਲ ਵੀ ਢਲਕੀ ਨਹੀਂ। ਬੱਕਰਾ ਮਰਿਆ ਹੋਇਆ ਕਪੜਾ ਪਾ ਕੇ ਦੁਬਾਰਾ ਜਿੰਦਾ ਕੀਤਾ।